हाँ जी स्टूडेंट्स, अपना जो यूनिट है चल रहा है प्रॉपर्टीज़ ऑफ बल्क मॉडुलस और ਉਹਦੇ 'ਚ अपना थर्ड चैप्टर हैगा विस्कोसिटी। ਤਾਂ विस्कोसिटी ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਆਪਣੇ ਕੋਲੇ ਬੀਕਰ ਦੇ ਵਿੱਚ ਕੋਈ ਫਲੂਇਡ ਦਿੱਤਾ ਹੋਇਆ ਹੈ, ਪਹਿਲੇ ਉਹ ਰੈਸਟ ਵਿੱਚ ਹੈ, ਦੈਨ ਉਹਨੂੰ ਆਪਾਂ ਨੇ ਕੀ ਹੈ ਮੂਵ ਕਰਵਾਤਾ ਇਨ ਸਰਕੂਲਰ ਫਾਰਮ। ਠੀਕ ਹੈ, ਉਹਨੂੰ ਆਪਣੀ ਫਿੰਗਰ ਦੇ ਨਾਲ ਜਾਂ ਚਮਚ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਉਹਨੂੰ ਆਪਾਂ ਨੇ ਮੂਵ ਕਰਵਾਤਾ ਹੈ। ਠੀਕ ਹੈ, ਤਾਂ ਆਪਾਂ ਨੂੰ ਪਤਾ ਹੈ ਕਿ ਵਾਟਰ ਦੇ ਵਿੱਚ ਅਲੱਗ-ਅਲੱਗ ਲੇਅਰਸ ਹੋਣਗੀਆਂ। ਠੀਕ ਹੈ, ਅਤੇ ਉਹ ਜਿਹੜੀਆਂ ਲੇਅਰਸ ਹੈ ਜਿੰਨੀ ਦੇਰ ਆਪਾਂ ਉਹਨਾਂ ਨੂੰ ਸਟਰ ਨਹੀਂ ਕਰਦੇ ਉਹ ਕੀ ਹੈ ਰੈਸਟ ਦੇ ਵਿੱਚ ਰਹਿਣਗੀਆਂ। ਜਦੋਂ ਆਪਾਂ ਨੇ ਉਹਨਾਂ ਨੂੰ ਸਰਕੂਲਰ ਮੋਸ਼ਨ ਦੇ ਵਿੱਚ ਮੂਵ ਕਰਵਾ ਦਿੱਤਾ ਹੈ ਤਾਂ ਕੀ ਹੋਏਗਾ, ਉਹ ਲੇਅਰਸ ਆਪਸ ਦੇ ਵਿੱਚ ਕੰਟੈਕਟ ਵਿੱਚ ਆ ਜਾਣਗੀਆਂ। ਠੀਕ ਹੈ, ਤਾਂ ਉਹ ਕਾਫੀ ਦੇਰ ਤੱਕ ਜਿਹੜਾ ਸੋਲਿਊਸ਼ਨ ਹੈ ਜਾਂ ਆਪਾਂ ਨੇ ਲਿਕੁਇਡ ਲਿਆ ਹੈ ਉਹ ਕੀ ਹੈ ਮੂਵ ਕਰਦਾ ਰਹਿੰਦਾ ਹੈ। ਠੀਕ ਹੈ, ਤਾਂ ਉਹ ਮੋਸ਼ਨ ਨੂੰ ਰੋਕਣ ਦੇ ਲਈ ਜਿਹੜੀ ਲਿਕੁਇਡ ਦੇ ਕੋਲੇ ਪ੍ਰੋਪਰਟੀ ਹੁੰਦੀ ਹੈ ਉਹ ਰੋਕਣ ਵਾਲੀ ਪ੍ਰੋਪਰਟੀ ਨੂੰ ਕੀ ਬੋਲਦੇ ਆ, ਵਿਸਕੋਸਿਟੀ। ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ ਉਹ ਵਾਲੀ ਪ੍ਰੋਪਰਟੀ ਲਿਕੁਇਡ ਦੀ ਜਿਹਦੇ ਦੁਆਰਾ ਕੀ ਹੁੰਦਾ ਹੈ ਇੰਟਰਨਲ ਰੈਜ਼ਿਸਟੈਂਸ ਆ ਜਾਂਦੀ ਹੈ ਕਿਸੇ ਵੀ ਲਿਕੁਇਡ ਦੇ ਮੋਸ਼ਨ ਵਿੱਚ। ਕਹਿਣ ਦਾ ਮਤਲਬ ਇਹ ਹੈਗਾ ਕਿ ਉਹ ਜਿਹੜੀ ਫੋਰਸ ਹੈ ਜੋ ਲਿਕੁਇਡ ਦੇ ਮੋਸ਼ਨ ਨੂੰ ਰੋਕ ਦਿੰਦੀ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ, ਵਿਸਕੋਸਿਟੀ ਬੋਲਦੇ ਹਾਂ। ਅਤੇ ਵਿਸਕੋਸਿਟੀ ਦਾ ਦੂਸਰਾ ਨਾਮ ਹੁੰਦਾ ਡਰੈਗ ਫੋਰਸ। ਠੀਕ ਹੈ, ਤਾਂ ਵਿਸਕੋਸਿਟੀ ਦਾ ਕੋਫੀਸ਼ੀਐਂਟ ਤੁਸੀਂ ਕਈ ਕੋਫੀਸ਼ੀਐਂਟ ਪੜ੍ਹੇ ਹੋਣੇ ਆ ਅਤੇ ਉਸ ਤੋਂ ਬਾਅਦ ਆਪਣੇ ਕੋਲ ਵਿਸਕੋਸਿਟੀ ਦਾ ਇੱਕ ਕੋਫੀਸ਼ੀਐਂਟ ਹੁੰਦਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਇਹ ਮੰਨ ਲੈਂਦੇ ਹਾਂ ਕਿ ਆਪਣੇ ਕੋਲ ਜੋ ਲਿਕੁਇਡ ਹੈ ਉਹਦੇ ਵਿੱਚ ਆਪਣੇ ਕੋਲ ਦੋ ਲੇਅਰਸ ਨੇ, ਇੱਕ ਲੇਅਰ ਹੈ P, ਇੱਕ ਲੇਅਰ ਹੈ Q। ਠੀਕ ਹੈ, ਜਿਨ੍ਹਾਂ ਦਾ ਡਿਸਟੈਂਸ ਕੀ ਹੈਗਾ, ਇੱਕ ਦਾ ਡਿਸਟੈਂਸ ਹੈ x ਔਰ ਦੂਸਰੇ ਦਾ ਡਿਸਟੈਂਸ ਹੈ x + dx, ਜੋ ਮੂਵ ਕਰ ਰਹੀਆਂ ਨੇ ਵੈਲੋਸਿਟੀ v ਦੇ ਨਾਲ। P ਜੋ ਆਪਣੇ ਕੋਲ ਲੇਅਰ ਹੈ v ਵੈਲੋਸਿਟੀ ਦੇ ਨਾਲ ਮੂਵ ਕਰ ਰਹੀ ਹੈ ਔਰ Q ਲੇਅਰ ਜੋ ਹੈ v + dv ਦੇ ਨਾਲ ਮੂਵ ਕਰ ਰਹੀ ਹੈ। ਠੀਕ ਹੈ, ਦੈਨ ਆਪਣੇ ਕੋਲ dv/dx ਕੀ ਹੈਗਾ, ਇੱਕ ਰੇਟ ਆਫ ਚੇਂਜ ਆਫ ਵੈਲੋਸਿਟੀ ਵਿਦ ਡਿਸਟੈਂਸ ਇਨ ਦੀ ਡਾਇਰੈਕਸ਼ਨ ਆਫ ਇਨਕਰੀਜ਼ਿੰਗ ਡਿਸਟੈਂਸ। ਹੁਣ ਦੇਖੋ, ਸਭ ਤੋਂ ਪਹਿਲਾਂ P ਜੋ ਲੇਅਰ ਸੀ v ਨਾਲ ਮੂਵ ਕਰ ਰਹੀ ਸੀ ਔਰ Q ਜੋ ਆਪਣੇ ਕੋਲ ਲੇਅਰ ਸੀ v + dv ਦੇ ਨਾਲ ਮੂਵ ਕਰ ਰਹੀ ਸੀ। ਇਹ ਆਪਣੇ ਕੋਲ ਵੈਲੋਸਿਟੀਜ਼ ਹੈ। ਠੀਕ ਹੈ, ਔਰ ਡਿਸਟੈਂਸ ਆਪਣੇ ਕੋਲ ਇਹ ਦਿੱਤਾ ਹੋਇਆ ਹੈ। ਹੁਣ ਦੇਖੋ ਇਹਦੇ ਵਿੱਚ ਥੋੜ੍ਹਾ ਜਿਹਾ ਇਨਕਰੀਜ਼ ਕੀ ਹੋਇਆ, dx ਡਿਸਟੈਂਸ ਇਨਕਰੀਜ਼ ਹੋ ਗਿਆ ਔਰ ਇਹਦੇ ਵਿੱਚ dv ਵੈਲੋਸਿਟੀ ਇਨਕਰੀਜ਼ ਹੋ ਗਈ ਹੈ। ਇਹਦਾ ਮਤਲਬ ਆਪਣੇ ਕੋਲ dv/dx ਕੀ ਹੋਏਗਾ, ਚੇਂਜ ਆਫ ਵੈਲੋਸਿਟੀ। ਹੁਣ ਇਹ ਆਪਣੇ ਕੋਲ ਵੈਲੋਸਿਟੀ ਚੇਂਜ ਹੋ ਰਹੀ ਹੈ ਕਿਹਦੇ ਵਿਦ ਰਿਸਪੈਕਟ ਟੂ ਡਿਸਟੈਂਸ ਦੇ, ਤਾਂ ਉਹ ਕੀ ਹੈ ਚੇਂਜ ਆਫ ਵੈਲੋਸਿਟੀ ਵਿਦ ਦੀ ਡਿਸਟੈਂਸ ਇਨ ਦੀ ਡਾਇਰੈਕਸ਼ਨ ਆਫ ਇਨਕਰੀਜ਼ਿੰਗ distance and is called velocity gradient। ਤਾਂ ਇਹਨੂੰ ਆਪਾਂ ਕੀ ਬੋਲਾਂਗੇ, velocity gradient। dv/dx ਨੂੰ ਬੋਲਦੇ ਆ velocity gradient। ਨੈਕਸਟ ਹੈ ਆਪਣੇ ਕੋਲੇ ਅਕੋਰਡਿੰਗ ਟੂ ਨਿਊਟਨ ਨੇ ਇਹ ਕਿਹਾ ਸੀਗਾ ਕਿ ਜਿਹੜੀ ਆਪਣੇ ਕੋਲੇ ਵਿਸਕਸ ਫੋਰਸ ਹੈ ਇਹ ਕੁਝ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਹੈ। ਸਭ ਤੋਂ ਪਹਿਲਾ ਫੈਕਟਰ ਇਹ ਹੈਗਾ ਹੈ ਕਿ ਜੋ ਵਿਸਕਸ ਫੋਰਸ ਹੈ ਉਹ ਏਰੀਆ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ। ਜਿੰਨਾ ਜ਼ਿਆਦਾ ਏਰੀਆ ਹੋਏਗਾ ਉਨੀ ਜ਼ਿਆਦਾ ਫੋਰਸ ਹੋਏਗੀ। ਠੀਕ ਹੈ, ਸੈਕਿੰਡ ਇਹ ਕਿਹਾ ਹੈ ਇਟ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਵੈਲੋਸਿਟੀ ਗ੍ਰੇਡੀਐਂਟ ਬਿਟਵੀਨ ਦੀ ਲੇਅਰਸ। ਜਿੰਨਾ ਡਿਸਟੈਂਸ ਆਪਣੇ ਕੋਲੇ ਘੱਟ ਹੈ ਉਨੀ ਵੈਲੋਸਿਟੀ ਜ਼ਿਆਦਾ ਹੈ ਅਤੇ ਓਨਾ ਹੀ ਆਪਣੇ ਕੋਲੇ ਕੀ ਹੈ ਫੋਰਸ ਜ਼ਿਆਦਾ ਹੋਏਗੀ। ਮਤਲਬ ਕੀ ਹੈ, ਲੇਅਰਸ ਦੇ ਵਿੱਚ ਜਿੰਨਾ ਡਿਸਟੈਂਸ ਘੱਟ ਹੋਊਗਾ ਉਨੀ ਹੀ ਉਹਨਾਂ ਦੇ ਵਿੱਚ ਕੀ ਹੈ ਵਿਸਕਸ ਫੋਰਸ ਜ਼ਿਆਦਾ ਹੋਏਗੀ। ਠੀਕ ਹੈ, ਤਾਂ ਫਸਟ ਔਰ ਸੈਕਿੰਡ ਨੂੰ ਆਪਾਂ ਜਦੋਂ ਕੰਬਾਈਨ ਕਰਾਂਗੇ ਤਾਂ F ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਏਰੀਆ ਇਨਟੂ ਵੈਲੋਸਿਟੀ ਗ੍ਰੇਡੀਐਂਟ ਆ ਜਾਊਗਾ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, ਡਾਇਰੈਕਟਲੀ ਪ੍ਰਪੋਰਸ਼ਨਲ ਦਾ ਨਿਸ਼ਾਨ ਹਟਾਉਣ ਤੋਂ ਬਾਅਦ ਇੱਕ ਕੌਨਸਟੈਂਟ ਆ ਜਾਂਦਾ ਆਪਣੇ ਕੋਲ -ਈਟਾ। ਦਿਸ ਇਜ਼ ਨੋਨ ਐਜ਼ ਈਟਾ। ਈਟਾ ਇਜ਼ ਕਾਲਡ ਕੋਫੀਸ਼ੀਐਂਟ ਆਫ ਵਿਸਕੋਸਿਟੀ ਔਰ ਇਹ ਡਿਪੈਂਡ ਕਰਦਾ ਹੈ ਨੇਚਰ ਆਫ ਲਿਕੁਇਡ 'ਤੇ। ਠੀਕ ਹੈ, ਤਾਂ ਇਹਦੇ ਵਿੱਚ ਜੋ ਨੈਗੇਟਿਵ ਸਾਈਨ ਹੈ ਇਹ ਆਪਾਂ ਨੂੰ ਕੀ ਸ਼ੋ ਕਰਦਾ ਹੈ ਕਿ ਜਿਹੜੀ ਵਿਸਕਸ ਫੋਰਸ ਹੈ ਉਹ ਓਪੋਜ਼ਿਟ ਡਾਇਰੈਕਸ਼ਨ ਦੇ ਵੱਲ ਮੂਵ ਕਰ ਰਹੀ ਹੈ, ਐਕਟ ਕਰ ਰਹੀ ਹੈ। ਠੀਕ ਹੈ, ਜਿੱਧਰ ਕੀ ਹੈ ਲਿਕੁਇਡ ਜਾ ਰਿਹਾ ਉਹਦੇ ਤੋਂ
ओपोजिट साइड ते अपने कोल फोर्स लग रही है। देखो ये की है, इधर अपने कोले दो लेयर्स जा रही ने, ठीक है। जिहड़ी विस्कस फोर्स है वो ये ओपोजिट साइड ते एक्ट करेगी। उस तो बाद की है डेफिनेशन ऑफ कोफिशिएंट ऑफ विस्कोसिटी। हुण अगर आपां एरिया नू 1 मीटर पर स्क्वायर लै लैंदे आ और dv/dx दैट मीनस वेलोसिटी ग्रेडियंट है उन्होंने भी आप 1 लै लैंदे आ, तो ईटा जो है अपने कोले विस्कस फोर्स के इक्वल आ जाता है, ठीक है। तो कोफिशिएंट ऑफ विस्कोसिटी ऑफ अ लिक्विड में बी डिफाइंड एज द टेंजेंशियल विस्कस फोर्स विच मेंटेन्स अ यूनिट ऑफ वेलोसिटी ग्रेडियंट बिटवीन टू पैरेलल लेयर्स ईच ऑफ यूनिट एरिया। कि एरिया अपने को यूनिट एरिया होए मीनस 1 होए किसी भी दो पैरेलल लेयर्स दे विच, और जो ग्रेडियंट है वेलोसिटी ग्रेडियंट वो भी अपने को 1 होना चाहिए, ठीक है, यूनिट। तो विस्कस फोर्स जी है कि इक्वल आ जूगी कोफिशिएंट ऑफ विस्कोसिटी दे। उस तो बाद अपने को CGS यूनिट ऑफ कोफिशिएंट ऑफ विस्कोसिटी इज पॉइज। 1 पॉइज इज इक्वल टू 1 डाइन पर सेंटीमीटर स्क्वायर सैकेंड, ठीक है। और SI यूनिट होंगे ने पास्कल सैकेंड या आप कह सकते हैं पॉइजले, ठीक है। तो 1 पास्कल सैकेंड इज इक्वल टू 10 पॉइज। ये अपने को इंपॉर्टेंट रिजल्ट है, याद रखना है। दैन अपने को है स्टोक्स लॉ। हुण स्टोक्स लॉ की हुंदा है, जिहड़ी लिक्विड दे विच जां मीडियम दे विच आपने बॉडी मूव करवाई है, ठीक है, वो कोई ना कोई फोर्स नू की है एक्सपीरियंस करेगी, ठीक है। वो किस तरह की फोर्स हुंदी है, की उहदा एक्सप्रैशन है, वो आपने स्टोक्स लॉ दे विच पढ़ना है। वैन ए स्फेरिकल बॉडी मूव्स थ्रू ए फ्लूड, किसी भी फ्लूड दे विच बॉडी मूव करती है स्फेरिकल बॉडी, ठीक है, मतलब कि सर्कुलर मोशन होता है, तो वो वाली बॉडी की है विस्कस फोर्स नू एक्सपीरियंस करेगी। उस विस्कस फोर्स नू आपां ड्रैगिंग फोर्स भी बोलते हैं। हुण जदों बॉडी जिहड़ी है अपने कोल उस मीडियम दे विच फॉल करती है तो वेलोसिटी की हो जाती, इनक्रीज हो जाती है, ठीक है। तो वो जी विस्कस फोर्स है वो वेट ऑफ बॉडी के इक्वल आ जाती है। तो यदा मतलब कि अपने को है बॉडी जी है कॉन्सटेंट वेलोसिटी के नाल मूव करती है। देखो जेकर अपने को जी फोर्स है और वेट इक्वल हो गया ना, तो वेलोसिटी जी है कॉन्सटेंट हो जाती है। तो इस कॉन्सटेंट वेलोसिटी नू ही आप टर्मिनल वेलोसिटी बोलते हैं, ठीक है। तो इस दे विच अपने को विस्कस फोर्स कितनी दी हुई है, F इज इक्वल टू 6 पाई ईटा आर वी। इस रिलेशन नू, इस विस्कस फोर्स के रिलेशन नू की बोलते हैं स्टोक्स लॉ। हुण ये जो अपने को एक्सप्रैशन आया है, ये रिलेशन आया है, ये कुछ अजम्पशनस ने जो स्टोक्स ने लईयां सी। सब तो पहला ये क्या है कि जी स्फेरिकल बॉडी है वो परफेक्टली रिजिड होनी चाहिए है और समूथ होनी चाहिए है, ठीक है। सैकेंड नंबर पे ये क्या है कि फ्लूड इज इनफिनाइट इन एक्सटेंट एंड होमोजीनियस, ठीक है। द फ्लूड इज इनफिनाइट इन एक्सटेंट एंड होमोजीनियस। देखो रिजिड का मतलब अपन पता है की हुंदा है, सख्त, ठीक है। समूथ का मतलब की हुंदा, प्लेन होना चाहिए कि उहदे विच कोई भी इहो जी रजिस्टेंस या उहदा एरिया जो है इस तरह का नहीं होना चाहिए कि उहदे च कोई प्रॉब्लम आपां नूं आए, ठीक है ना, उहदे जिहड़ा फ्लूड है उन्होंने मूव करन दे विच। फिर कहते जो फ्लूड है वो अपने को की होना चाहिए, एक्सटेंट होना चाहिए। मतलब एक्सटेंट का मतलब ये हुंदा कोई ना कोई उहदी मैजरमेंट जिहड़ी होनी चाहिए बिल्कुल इक्वल होनी चाहिए, सही होनी चाहिए है, ठीक है। एंड होमोजीनियस, देखो होमोजीनियस का मतलब ये हुंदा है कि जो फ्लूड है सेम टाइप का होना चाहिए, ठीक है। फ्लूड आपने एक ही लैना है, ज़्यादा फ्लूड नहीं लैने। देखो आप कई बार सोल्यूशन लै लैंदे ना, लाइक अपने को शरबत हुंदा है ना, वो भी एक फ्लूड ही है, सिर्फ एक ही फ्लूड लैना है। दैट मीनस जो अपने को की होए होमोजीनियस होए। होमोजीनियस का मतलब ये हुंदा है कि वो जो फ्लूड है सेम टाइप का बनया होना चाहिए। नैक्सट इज देयर इज़ नो स्लिप बिटवीन बॉडी एंड दी लेयर ऑफ फ्लूड कमिंग इन इमीडिएट कॉन्टैक्ट विद इट।
ਤੇ ਜੋ ਆਪਣੇ ਕੋਲੇ ਦੋ ਲੇਅਰਸ ਹੈ ਉਹਨਾਂ ਦੇ ਵਿੱਚ ਕੋਈ ਵੀ ਸਲਿੱਪ ਨਹੀਂ ਹੋਣੀ ਚਾਹੀਦੀ, ਕੁਝ ਵੀ ਨਹੀਂ ਹੋਣਾ ਚਾਹੀਦਾ, ਠੀਕ ਹੈ। ਉਹਨਾਂ ਦੇ ਫੇਸ ਜੋ ਹੈ ਸੇਮ ਮਤਲਬ ਕੰਟੈਕਟ ਦੇ ਵਿੱਚ ਹੋਣੇ ਚਾਹੀਦੇ ਆ ਇੱਕ ਦੂਸਰੇ ਦੇ। ਫਿਰ ਹੈ ਦੀ ਵੈਲੋਸਿਟੀ ਆਫ ਬੋਡੀ ਇਜ਼ ਸਮੋਲ, ਸੋ ਮੋਸ਼ਨ ਆਫ ਫਲੂਇਡ ਰਿਲੇਟਿਵ ਟੂ ਦੀ ਬੋਡੀ ਰਿਮੇਨਸ ਸਟ੍ਰੀਮਲਾਈਨਡ। ਜੋ ਬੋਡੀ ਦੀ ਵੈਲੋਸਿਟੀ ਹੈ ਉਹ ਘੱਟ ਹੈ ਤਾਂ ਇਹਦਾ ਮਤਲਬ ਕੀ ਹੈਗਾ, ਜੋ ਮੋਸ਼ਨ ਹੈ ਉਹ ਸਟ੍ਰੀਮਲਾਈਨਡ ਰਹੇਗਾ। ਸਟ੍ਰੀਮਲਾਈਨਡ ਦਾ ਮਤਲਬ ਇਹ ਹੁੰਦਾ ਹੈ ਕਿ ਕੌਨਸਟੈਂਟ ਰਹੇਗਾ, ਕੋਈ ਵੀ ਉਹਦੇ ਵਿੱਚ ਰੈਜ਼ਿਸਟੈਂਸ ਨਹੀਂ ਹੋਏਗੀ, ਠੀਕ ਹੈ। ਸੇਮ ਟਾਈਪ ਦਾ ਮੋਸ਼ਨ ਰਹੂਗਾ, ਦੈਟ ਇਜ਼ ਯੂਨੀਫਾਰਮ ਮੋਸ਼ਨ। ਪਹਿਲੇ ਜ਼ਿਆਦਾ ਹੋਊਗਾ ਦੈਨ ਟਾਈਮ ਦੇ ਨਾਲ ਹੌਲੀ ਹੌਲੀ ਘਟਦਾ ਜਾਏਗਾ ਜਦੋਂ ਆਪਾਂ ਕੀ ਹੈ ਸਰਕੂਲਰ ਮੂਵ ਕਰਵਾਵਾਂਗੇ ਫਲੂਇਡ ਨੂੰ। ਦੈਨ ਆਪਣੇ ਕੋਲ ਹੈ ਐਕਸਪ੍ਰੈਸ਼ਨ ਫੋਰ ਟਰਮੀਨਲ ਵੈਲੋਸਿਟੀ। ਹੁਣ ਆਪਾਂ ਟਰਮੀਨਲ ਵੈਲੋਸਿਟੀ ਦਾ ਐਕਸਪ੍ਰੈਸ਼ਨ ਕਰਾਂਗੇ, ਠੀਕ ਹੈ। ਮੰਨ ਲਓ ਆਪਣੇ ਕੋਲੇ ਇੱਕ ਕੀ ਹੈ ਸਫੈਰੀਕਲ ਬੋਡੀ ਦਿੱਤੀ ਹੋਈ ਹੈ, ਠੀਕ ਹੈ। ਇਹ ਕੀ ਹੈ ਫॉल ਕਰ ਰਹੀ ਹੈ ਕਿਸੇ ਵੀ ਇਹ ਸਾਰੇ ਫਲੂਇਡ ਦੇ ਵਿੱਚ। ਇਹ ਸਾਰਾ ਆਪਣੇ ਕੋਲ ਕੀ ਦਿੱਤਾ ਹੋਇਆ ਫਲੂਇਡ ਦਿੱਤਾ ਹੋਇਆ, ਇਹਦੇ ਵਿੱਚ ਕੀ ਹੈ ਮੂਵ ਕਰ ਰਹੀ ਹੈ, ਫॉल ਕਰ ਰਹੀ ਹੈ। ਔਰ ਇਹ ਨੀਚੇ ਵੱਲ ਜੋ ਹੈ ਆਪਣੇ ਕੋਲ ਕੀ ਹੈ ਫੋਰਸ ਲੱਗ ਰਹੀ ਹੈ, ਇੱਕ ਆਪਣੇ ਕੋਲ ਉੱਪਰ ਵਾਲੀ ਸਾਈਡ 'ਤੇ ਫੋਰਸ ਲੱਗ ਰਹੀ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਮੰਨ ਲਵਾਂਗੇ ਕਿ ਇੱਕ ਸਫੈਰੀਕਲ ਬੋਡੀ ਹੈ ਜਿਹਦਾ ਮਾਸ ਆਪਣੇ ਕੋਲ m ਦਿੱਤਾ ਹੈ, ਰੇਡੀਅਸ ਆਪਣੇ ਕੋਲ r ਹੈ ਔਰ ਵਿਸਕਸ ਮੀਡੀਅਮ ਦੇ ਵਿੱਚ ਆਪਣੇ ਕੋਲ ਫॉल ਕਰ ਰਹੀ ਹੈ, ਠੀਕ ਹੈ। ਦਿਸ ਇਜ਼ ਕਾਲਡ ਰੋ। ਰੋ ਆਪਣੇ ਕੋਲ ਕੀ ਹੁੰਦੀ ਹੈ ਕਿਸੇ ਵੀ ਸੋਲਿਡ ਮਟੀਰੀਅਲ ਦੀ ਡੈਂਸਿਟੀ, ਔਰ ਇਹ ਹੈ ਆਪਣੇ ਕੋਲ ਸਿਗਮਾ, ਇਹ ਹੈ ਆਪਣੇ ਕੋਲ ਡੈਂਸਿਟੀ ਆਫ ਵਿਸਕਸ ਮੀਡੀਅਮ, ਤੇ ਇਹ ਹੈ ਈਟਾ ਕੋਫੀਸ਼ੀਐਂਟ ਆਫ ਵਿਸਕੋਸਿਟੀ ਆਫ ਵਿਸਕਸ ਮੀਡੀਅਮ, ਓਕੇ। ਹੁਣ ਆਪਣੇ ਕੋਲ ਜਦੋਂ ਬੋਡੀ ਫॉल ਕਰ ਰਹੀ ਹੈ ਤਾਂ ਇਹਦੇ 'ਤੇ ਤਿੰਨ ਤਰ੍ਹਾਂ ਦੀਆਂ ਫੋਰਸਿਸ ਲੱਗਣਗੀਆਂ। ਸਭ ਤੋਂ ਪਹਿਲੀ ਫੋਰਸ ਇਹ ਹੈਗੀ ਹੈ ਕਿ ਵੇਟ ਆਫ ਬੋਡੀ ਐਕਟਿੰਗ ਵਰਟੀਕਲੀ ਡਾਊਨਵਰਡ। ਆਪਾਂ ਨੂੰ ਪਤਾ ਹੈ ਕਿ ਜੋ ਆਪਣੇ ਕੋਲ ਬੋਡੀ ਹੁੰਦੀ ਹੈ ਸੋਲਿਡ ਬੋਡੀ ਹੈ ਉਹਦਾ ਜੋ ਵੇਟ ਹੈ ਉਹ ਵਰਟੀਕਲੀ ਡਾਊਨਵਰਡ ਐਕਟ ਕਰਦਾ ਹੈ, ਤਾਂ ਫੋਰਸ ਕੀ ਆ ਜੂਗੀ mg ਇਜ਼ ਇਕੁਅਲ ਟੂ 4/3 ਪਾਈ r³ ਰੋ g, okay. Then upward thrust equal to weight of body displaced acting vertically upward। ਹੁਣ ਦੇਖੋ ਥਰਸਟ ਕੀ ਹੁੰਦੀ ਹੈ, ਪ੍ਰੈਸ਼ਰ ਚੈਪਟਰ ਦੇ ਸ਼ੁਰੂਆਤ ਵਿੱਚ ਹੀ ਤੁਸੀਂ ਪੜ੍ਹਿਆ ਹੋਏਗਾ ਕਿ ਥਰਸਟ ਦਾ ਮਤਲਬ ਇਹ ਹੁੰਦਾ ਹੈ ਦੀ ਟੋਟਲ ਫੋਰਸ ਐਗਜ਼ਰਟਡ ਬਾਈ ਅ ਲਿਕੁਇਡ ਔਨ ਐਨੀ ਸਰਫੇਸ ਇਨ ਕੰਟੈਕਟ ਵਿਦ ਇਟ ਇਜ਼ ਕਾਲਡ ਥਰਸਟ ਆਫ ਲਿਕੁਇਡ। ਕਿ ਲਿਕੁਇਡ ਦੇ ਵਿੱਚ ਜਿਹੜੀ ਫੋਰਸ ਲੱਗਦੀ ਹੈ ਟੋਟਲ ਫੋਰਸ ਲੱਗਦੀ ਹੈ ਉਸ ਨੂੰ ਬੋਲਦੇ ਆ ਥਰਸਟ, ਠੀਕ ਹੈ। ਤਾਂ ਥਰਸਟ ਨੂੰ ਯੂ ਦੇ ਨਾਲ ਡਿਨੋਟ ਕਰਾਂਗੇ ਇਜ਼ ਇਕੁਅਲ ਟੂ 4/3 ਪਾਈ r³ ਸਿਗਮਾ g। ਦੈਨ ਆਪਣੇ ਕੋਲ ਥਰਡ ਜੋ ਫੋਰਸ ਹੈ ਉਹ ਹੋਏਗੀ ਵਿਸਕਸ ਫੋਰਸ, ਉਹ ਕੀ ਹੈ ਐਕਟਿੰਗ ਵਰਟੀਕਲੀ ਅਪਵਰਡ, ਤਾਂ F ਇਜ਼ ਇਕੁਅਲ ਟੂ 6 ਪਾਈ ਈਟਾ r/v। ਹੁਣ ਆਪਾਂ ਨੂੰ ਪਤਾ ਹੈ ਕਿ ਇਹ ਸਾਰੀਆਂ ਫੋਰਸਿਸ ਦਾ ਜੋ ਇੰਪੈਕਟ ਹੈ ਉਹ ਬੋਡੀ ਦੇ ਉੱਪਰ ਪਊਗਾ, ਹੈ ਨਾ। ਤਾਂ ਉਹ ਸਾਰੀ ਉਹ ਇੰਪੈਕਟ ਕਰਕੇ ਆਪਣੇ ਕੋਲ ਅਪੈਰੈਂਟ ਜਾਂ ਆਪਾਂ ਇਫੈਕਟਿਵ ਵੇਟ ਕਹਿ ਸਕਦੇ ਹਾਂ ਉਹ ਕਿੰਨਾ ਆ ਜਾਊਗਾ mg ਇਜ਼ ਇਕੁਅਲ ਟੂ u ਪਲਸ f। ਇਹ u ਨੂੰ ਆਪਾਂ ਉੱਧਰ ਲੈ ਜਾਵਾਂਗੇ mg ਮਾਈਨਸ u ਇਜ਼ ਇਕੁਅਲ ਟੂ f, ਠੀਕ ਹੈ। ਇਹ ਜੋ ਆਪਣੇ ਕੋਲ ਤਿੰਨੋਂ ਵੈਲਿਊਜ਼ ਨੇ ਇਹਨਾਂ ਨੂੰ ਆਪਾਂ ਇੱਥੇ ਪੁੱਟ ਕਰ ਦਿੰਦੇ ਹਾਂ। ਦੈਨ 4/3 ਪਾਈ r³ g ਨੂੰ ਆਪਾਂ ਕੋਮਨ ਨਿਕਾਲਿਆ, ਰੋ ਮਾਈਨਸ ਸਿਗਮਾ ਬਚ ਗਿਆ ਇਜ਼ ਇਕੁਅਲ ਟੂ 6 ਪਾਈ n r/v। r ਨਾਲ r ਕੈਂਸਲ ਹੋ ਜੂ, ਉੱਪਰ ਬਚ ਜੂਗਾ 2। ਤਾਂ ਆਪਾਂ v ਦੀ ਵੈਲਿਊ ਇੱਥੋਂ ਨਿਕਾਲ ਲਾਂਗੇ, ਇਹ ਸਾਰੀ ਚੀਜ਼ ਉੱਧਰ ਚਲੀ ਜਾਏਗੀ। ਇਹਨੂੰ ਆਪਾਂ ਡਿਵਾਈਡ ਕੱਟ ਕਰ ਦਿੰਦੇ ਹਾਂ, ਇੱਥੇ 2 ਆ ਜੂ, ਇੱਥੇ 3 ਆ ਜੂਗਾ। ਇਹ 3 ਨੂੰ 3 ਨਾਲ ਮਲਟੀਪਲਾਈ ਕਰਾਂਗੇ 9 ਆ ਗਿਆ। 2/9 ਇੰਟੂ r³ ਰੋ ਮਾਈਨਸ ਸਿਗਮਾ g ਬਾਏ ਈਟਾ। ਇਹ ਜੋ ਆਪਣੇ ਕੋਲ v ਹੈ ਇਹਨੂੰ ਬੋਲਦੇ ਆ ਟਰਮੀਨਲ ਵੈਲੋਸਿਟੀ, ਠੀਕ ਹੈ। ਇਹ ਸੀਗਾ ਅਗਰ ਆਪਣੇ ਕੋਲ ਜੋ ਮੀਡੀਅਮ ਹੈ ਉਹ ਹੈਗਾ ਲਿਕੁਇਡ ਫਲੂਇਡ ਦੇ ਵਿੱਚ ਆਪਾਂ ਨੇ ਲਿਆ ਹੈ। ਅਗਰ ਬੋਡੀ ਜੋ ਹੈ ਏਅਰ ਦੇ ਵਿੱਚ ਫਾਲ ਕਰ ਰਹੀ ਹੈ, ਦੈਟ ਮੀਨਸ ਆਪਣਾ ਮੀਡੀਅਮ ਜੋ ਹੈ ਏਅਰ ਲੈ ਲੈਂਦੇ ਹਾਂ, ਤਾਂ ਉਹਦੇ ਵਿੱਚ ਜੋ ਸਿਗਮਾ ਹੈ ਉਹ ਬਹੁਤ ਜ਼ਿਆਦਾ ਘੱਟ ਹੋ ਜੂਗਾ, ਛੋਟਾ ਹੋ ਜੂ, ਅਤੇ ਰੋ ਜੋ ਹੈ ਜ਼ਿਆਦਾ ਹੋ ਜੂ। ਇਹਦਾ ਮਤਲਬ ਕੀ ਹੈ ਸਿਗਮਾ ਨੂੰ ਨੈਗਲੈਕਟ ਕਰ ਦਾਂਗੇ। ਨੈਗਲੈਕਟ ਕਰਨ ਤੋਂ ਬਾਅਦ ਆਪਣੇ ਕੋਲ v ਇਜ਼ ਇਕੁਅਲ ਟੂ, ਇਹ ਆਪਣੇ ਕੋਲ ਨੈਗਲੈਕਟ ਕਰਤਾ ਤਾਂ ਖ਼ਤਮ ਹੋ ਜੂਗਾ, ਸਿਰਫ ਰੋ ਬਚ ਜੂ, ਅਤੇ ਇਹ ਆਪਣੇ ਕੋਲ ਰਿਜ਼ਲਟ ਆ ਜਾਏਗਾ।
ठीक है। तो ਇਹਦਾ मतलब अपने को मेन रिजल्ट की आया है कि जो टर्मिनल वेलोसिटी है वो रेडियस दे स्क्वायर दे डायरैक्टली प्रपोर्शनल है। ठीक है। दूसरे नंबर ते आपां की कवांगे कि डेंसिटी दे डिफरेंस दे ये वाला आपां कह सकते हैं डिफरेंस दे डायरैक्टली प्रपोर्शनल है। ठीक है। ਜਾਂ कह सकते हैं डेंसिटी दे डायरैक्टली प्रपोर्शनल है। एंड लास्ट दे विच आपां की कवांगे ईटा दैट मीनस कोफिशिएंट ऑफ विस्कोसिटी वो दे इनवर्सली प्रपोर्शनल है।